ਵੈਲਕਮ ਟੂ ਮਾਈ YouTube ਚੈਨਲ ਸ਼ਿਵਰਾਜ ਢਿੱਲੋਂ। ਚੈਨਲ ਨੂੰ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਦੇ ਆਈਕਨ ਨੂੰ ਕਲਿੱਕ ਕਰਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਔਨ ਕਰੋ ਅਤੇ ਨਾਲ ਹੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੈ। ਅੱਜ ਆਪਣਾ ਪੜ੍ਹਨ ਦਾ ਵਿਸ਼ਾ ਹੈ ਮਾਰਕਸਵਾਦ ਭਾਗ 2 ਅਰਥਾਤ ਮਾਰਕਸਵਾਦ ਭਾਗ 1 ਆਪਾਂ ਪੜ੍ਹ ਚੁੱਕੇ ਹਾਂ, ਜਿਹਦੇ ਵਿੱਚ ਕਾਰਲ ਮਾਰਕਸ, ਮਾਰਕਸਵਾਦ ਦਾ ਅਰਥ ਅਤੇ ਮਾਰਕਸਵਾਦ ਦੇ ਸਿਧਾਂਤਾਂ ਦੇ ਬਾਰੇ ਦੇ ਵਿੱਚ ਅਸੀਂ ਪੜ੍ਹਿਆ ਹੈ। ਅੱਜ ਅਸੀਂ ਪੜ੍ਹਾਂਗੇ ਮਾਰਕਸਵਾਦ ਭਾਗ 2 ਮਾਰਕਸਵਾਦ ਦੀ ਆਲੋਚਨਾ। ਨੰਬਰ 1, ਵਿਅਕਤੀ ਦੀ ਸੁਤੰਤਰਤਾ ਨੂੰ ਕੋਈ ਮਹੱਤਵ ਨਹੀਂ। ਜਿਹੜਾ ਮਾਰਕਸਵਾਦੀ ਸਿਧਾਂਤ ਅਸਲ ਵਿੱਚ ਇੱਕ ਦਲ ਜਾਂ ਵਰਗ ਦੀ ਤਾਨਾਸ਼ਾਹੀ ਸਥਾਪਿਤ ਕਰਦਾ ਹੈ ਔਰ ਕੇਵਲ ਆਰਥਿਕ ਜੀਵ ਹੀ ਨਹੀਂ, ਆਰਥਿਕ ਪੱਖ ਤੋਂ ਇਲਾਵਾ ਵਿਅਕਤੀ ਦੀ ਸ਼ਖਸੀਅਤ ਦੇ ਭਾਵਨਾਤਮਕ, ਮਨੋਵਿਗਿਆਨਕ, ਕਲਾਤਮਕ, ਸੱਭਿਆਚਾਰ ਆਦਿ ਅਨੇਕਾਂ ਪੱਖ ਹਨ। ਮਨੁੱਖੀ ਸ਼ਖਸੀਅਤ ਸੰਤੁਲਿਤ ਰੂਪ ਵਿੱਚ ਤਾਂ ਹੀ ਵਿਕਾਸ ਕਰ ਸਕਦੀ ਹੈ ਜੇਕਰ ਮਨੁੱਖ ਨੂੰ ਵਿਅਕਤੀਗਤ ਸੁਤੰਤਰਤਾ ਪ੍ਰਾਪਤ ਹੋਵੇ। ਇਸ ਲਈ ਸਿਰਫ ਮਾਰਕਸਵਾਦ ਜਿਹੜੇ ਆਲੋਚਕ ਹੈ ਉਹ ਕਹਿੰਦੇ ਜਿਹੜਾ ਮਾਰਕਸਵਾਦ ਹੈ ਉਹਨੇ ਸਿਰਫ ਆਰਥਿਕਤਾ ਦੇ ਪੱਖ ਨੂੰ ਹੀ ਭਾਰੂ ਹੈ, ਆਰਥਿਕਤਾ ਦੇ ਪੱਖ ਤੇ ਹੀ ਸਾਰਾ ਵਿਸ਼ਲੇਸ਼ਣ ਕੀਤਾ, ਚਾਹੇ ਉਹ ਇਤਿਹਾਸ ਦੀ ਭੌਤਿਕਵਾਦੀ ਵਿਆਖਿਆ ਹੋਵੇ ਜਾਂ ਜਿਹੜਾ ਦਵੰਦਵਾਦ ਦਾ ਸਿਧਾਂਤ ਹੋਵੇ। ਤਾਂ ਸਿਰਫ ਆਰਥਿਕਤਾ ਇੱਕ ਮਹੱਤਵਪੂਰਨ ਪੱਖ ਹੈ ਵਿਅਕਤੀ ਦੇ ਜੀਵਨ ਦਾ, ਪਰ ਕੱਲੀ ਆਰਥਿਕਤਾ ਨੂੰ ਹੀ ਵੇਟੇਜ ਦੇਣਾ ਔਰ ਬਾਕੀਆਂ ਨੂੰ ਇਗਨੋਰ ਕਰਨਾ, ਹੋਰ ਵੀ ਬਹੁਤ ਸਾਰੇ ਤੱਤ ਹਨ ਜਿਵੇਂ ਭਾਵਨਾਤਮਕ ਹੈ, ਮਨੋਵਿਗਿਆਨਕ ਹੈ, ਕਲਾਤਮਕ ਹੈ, ਸੱਭਿਆਚਾਰਕ ਹੈ, ਤਾਂ ਹੋਰ ਬਹੁਤ ਸਾਰੇ ਪੱਖ ਹਨ ਜਿਹੜੇ ਮਨੁੱਖ ਦੀ ਸ਼ਖਸੀਅਤ ਦੇ ਵਿੱਚ ਵਿਕਾਸ ਵਿੱਚ ਜਿਹੜਾ ਯੋਗਦਾਨ ਪਾਉਂਦੇ ਹਨ ਜਾਂ ਪ੍ਰਭਾਵਿਤ ਕਰਦੇ ਹਨ ਸਾਡੇ ਬਾਕੀ ਪੱਖਾਂ ਨੂੰ। ਤਾਂ ਇਸ ਲਈ ਜਿਹੜੇ ਆਲੋਚਕ ਹੈ ਉਹਨਾਂ ਦਾ ਮੰਨਣਾ ਹੈ ਕਿ ਜਿਹੜਾ ਮਾਰਕਸਵਾਦੀ ਸਿਧਾਂਤ ਹੈ ਇੱਕ ਤਾਂ ਇੱਕ ਦਲ ਜਾਂ ਵਰਗ ਦੀ ਤਾਨਾਸ਼ਾਹੀ ਸਥਾਪਿਤ ਕਰਨ ਦੀ ਗੱਲ ਕਰਦਾ ਔਰ ਨਾਲ ਹੀ ਨਾਲ ਸਿਰਫ ਆਰਥਿਕ ਪੱਖ ਦੀ ਹੀ ਗੱਲ ਕਰਦਾ, ਬਾਕੀ ਜਿਹੜੇ ਪੱਖ ਹੈ ਮਨੁੱਖ ਦੇ ਜੀਵਨ ਦੇ ਉਹਨਾਂ ਨੂੰ ਜਿਹੜਾ ਉਹ ਨਜ਼ਰਅੰਦਾਜ਼ ਕਰਦਾ ਹੈ। ਔਰ ਜੇਕਰ ਅਸੀਂ ਮਨੁੱਖ ਔਰ ਵਿਅਕਤੀ ਦੀ ਸੁਤੰਤਰਤਾ ਦੀ ਕਿਤੇ ਵੀ ਗੱਲ ਨਹੀਂ ਕਰਦਾ ਗਾ, ਕਿਉਂਕਿ ਜੇਕਰ ਵਿਅਕਤੀ ਸੁਤੰਤਰ ਨਹੀਂ ਹੈ ਤਾਂ ਉਹ ਆਪਣੀ ਸ਼ਖਸੀਅਤ ਦਾ ਜਿਹੜਾ ਸਰਬਪੱਖੀ ਵਿਕਾਸ ਆ ਉਹ ਨਹੀਂ ਕਰ ਸਕਦਾ ਗਾ। ਹਾਂਜੀ, ਅਗਲੀ ਆਲੋਚਨਾ ਦਾ ਪੁਆਇੰਟ ਹੈ ਹਿੰਸਾਤਮਕ ਸਾਧਨਾਂ ਵਿੱਚ ਵਿਸ਼ਵਾਸ। ਕਾਰਲ ਮਾਰਕਸ ਨੇ ਜਿਹੜੀ ਇੱਕ ਵਿਧੀ ਦੱਸੀ ਸੀ ਕ੍ਰਾਂਤੀ ਦੀ, ਜਿਹਦੇ ਵਿੱਚ ਉਹਨੇ ਕਿਹਾ ਸੀ ਕਿ ਜਿਹੜੀ ਕ੍ਰਾਂਤੀ ਹੈ ਉਹਦਾ ਤਰੀਕਾ ਕੀ ਹੋਏਗਾ ਕਿ ਸ਼ਕਤੀ ਕਿਰਤੀ ਵਰਗ ਇਕੱਠਾ ਹੋ ਕੇ ਸ਼ਕਤੀ ਦੁਆਰਾ ਪੂੰਜੀਪਤੀ ਸ਼੍ਰੇਣੀ ਨੂੰ ਖਤਮ ਕਰ ਦੇਵੇਗਾ। ਇਹਦਾ ਕੀ ਅਰਥ ਹੈ ਕਿ ਹਿੰਸਕ ਸਾਧਨਾਂ ਦੁਆਰਾ ਪੂੰਜੀਪਤੀਆਂ ਨੂੰ ਮਾਰ ਕੇ ਉਹਨਾਂ ਨੂੰ ਖਤਮ ਕਰਕੇ ਉਹਨਾਂ ਦਾ ਨਾਸ਼ ਕਰਕੇ ਉਹਨਾਂ ਦੇ ਜਿਹੜੇ ਸਾਧਨ ਹੈ ਉਤਪਾਦਨ ਦੇ ਉਹਨਾਂ ਦੇ ਉੱਤੇ ਮਜ਼ਦੂਰ ਆਪਣੀ ਤਾਨਾਸ਼ਾਹੀ ਸਥਾਪਿਤ ਕਰ ਲੈਣਗੇ। ਜਿਸ ਵਿਚਾਰਧਾਰਾ ਦੇ ਉਦੇਸ਼ ਚੰਗੇ ਹੁੰਦੇ ਹਨ ਉਸ ਵਿਚਾਰਧਾਰਾ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਸਾਧਨਾਂ ਦਾ ਚੰਗਾ ਹੋਣਾ ਵੀ ਉਨਾ ਹੀ ਜ਼ਰੂਰੀ ਹੁੰਦਾ ਹੈ। ਪਰ ਮਾਰਕਸਵਾਦ ਸਮਾਜਵਾਦੀਆਂ ਨੂੰ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਤਾਕਤ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦਾ ਹੈ। ਤਾਂ ਆਲੋਚਕ ਕਹਿੰਦੇ ਉਦੇਸ਼ ਚੰਗੇ ਹੋ ਸਕਦੇ ਆ ਕਿ ਪੂੰਜੀਪਤੀਆਂ ਤੋਂ ਕਿਰਤੀ ਵਰਗ ਦੀ ਲੁੱਟ ਖਸੁੱਟ ਨੂੰ ਬਚਾਉਣਾ, ਇਹ ਜਿਹੜਾ ਸਮਾਜਵਾਦ ਸਮਾਜ ਦੀ ਸਥਾਪਨਾ ਕਰਨ ਦਾ ਉਦੇਸ਼ ਚੰਗਾ ਹੋ ਸਕਦਾ ਹੈ, ਪਰ ਉਸ ਉਦੇਸ਼ ਦੀ ਪ੍ਰਾਪਤੀ ਦਾ ਜਿਹੜਾ ਸਾਧਨ ਹੈ ਉਹ ਹਿੰਸਾਤਮਕ ਸਾਧਨਾਂ ਦਾ ਪ੍ਰਯੋਗ ਕਰਨਾ ਉਹ ਚੰਗਾ ਨਹੀਂ ਹੈ। ਤੀਸਰਾ ਜਿਹੜਾ ਆਲੋਚਨਾ ਦਾ ਪੁਆਇੰਟ ਹੈਗਾ ਜੀ ਇਤਿਹਾਸ ਦੀ ਭੌਤਿਕਵਾਦੀ ਵਿਆਖਿਆ ਠੀਕ ਨਹੀਂ। ਅਸੀਂ ਪਿਛਲੀ ਕਲਾਸ ਦੇ ਵਿੱਚ ਪੜ੍ਹਿਆ, ਤੁਸੀਂ ਜਾਣਿਆ ਹੋਵੇਗਾ ਕਿ ਮਾਰਕਸ ਨੇ ਇਤਿਹਾਸ ਦੀ ਭੌਤਿਕਵਾਦੀ ਵਿਆਖਿਆ ਕੀਤੀ ਸੀ ਕਿ ਜਿਹੜਾ ਇਤਿਹਾਸ ਹੈ ਉਹ ਆਰਥਿਕ ਢਾਂਚੇ 'ਤੇ ਨਿਰਭਰ ਕਰਦਾ ਹੈ, ਜਿਹੜਾ ਆਰਥਿਕ ਤੱਤ ਹੈ ਉਹੀ ਸਮਾਜ ਨੂੰ ਦਿਸ਼ਾ ਪ੍ਰਦਾਨ ਕਰਦਾ, ਉਹੀ ਇਤਿਹਾਸ ਦਾ ਨਿਰਮਾਣ ਕਰਦਾ। ਪਰ ਆਲੋਚਕ ਕਹਿੰਦੇ ਆ ਭੌਤਿਕ ਤੱਤਾਂ ਨੂੰ ਮਨੁੱਖੀ ਸੱਭਿਅਤਾ ਦਾ ਇੱਕੋ ਇੱਕ ਕਾਰਨ ਸਮਝਣਾ ਇਤਿਹਾਸਕ ਨਿਸ਼ਾਨੀਆਂ ਦੇ ਬਿਲਕੁਲ ਉਲਟ ਹੈ। ਅਰਥ ਕੀ ਕਿ ਇਤਿਹਾਸ ਦੇਖ ਲਓ, ਆਰਥਿਕਤਾ ਇੱਕ ਕਾਰਨ ਰਹੀ ਹੋਵੇਗੀ ਇਤਿਹਾਸ ਦਾ, ਪਰ ਕੱਲੀ ਆਰਥਿਕਤਾ ਨਹੀਂ, ਹੋਰ ਵੀ ਜਿਹੜੇ ਪੱਖ ਨੇ ਉਹਨਾਂ ਨੇ ਆਪਣਾ ਪ੍ਰਭਾਵ ਜਿਹੜਾ ਇਤਿਹਾਸ ਨੂੰ ਬਣਾਉਣ ਦੇ ਵਿੱਚ ਜਾਂ ਇਤਿਹਾਸ ਦੇ ਨਿਰਮਾਣ ਦੇ ਵਿੱਚ ਉਹ ਪਾਇਆ ਹੈ। ਜਿੱਥੇ ਆਰਥਿਕ ਅਵਸਥਾਵਾਂ ਦਾ ਮਨੁੱਖੀ ਸੱਭਿਅਤਾ ਦੇ ਵਿਕਾਸ 'ਤੇ ਪ੍ਰਭਾਵ ਪੈਂਦਾ ਹੈ ਉੱਥੇ ਹੋਰ ਜਿਹੜੇ ਤੱਤ ਨੇ ਧਰਮ, ਨੈਤਿਕਤਾ, ਲਿੰਗ, ਰਾਸ਼ਟਰੀ ਭਾਵਨਾ ਜਾਂ ਹੋਰ ਕਈ ਪੱਖਾਂ ਦਾ ਜਿਹੜਾ ਪ੍ਰਭਾਵ ਹੈ ਉਹ ਵੀ ਦੇਖਣ ਨੂੰ ਮਿਲਦਾ ਹੈ। ਹਾਂਜੀ, ਅਗਲਾ ਪੁਆਇੰਟ ਹੈ ਵਾਧੂ ਮੁੱਲ ਦਾ ਸਿਧਾਂਤ ਠੀਕ ਨਹੀਂ। ਵਾਧੂ ਮੁੱਲ ਦੇ ਸਿਧਾਂਤ ਦੇ ਵਿੱਚ ਮਾਰਕਸ ਨੇ ਕਿਹਾ ਸੀ ਕਿ ਪੂੰਜੀਪਤੀ ਸ਼੍ਰੇਣੀ ਕਿਰਤੀਆਂ ਦਾ ਸ਼ੋਸ਼ਣ ਕਰਦੀ ਹੈ। ਕਿਵੇਂ? ਕਿਉਂਕਿ ਜਿਹੜੀ ਕਿਸੇ ਵਸਤੂ ਹੈ ਉਹਦੀ ਜਿਹੜਾ ਮੁੱਲ ਹੈ ਉਹ ਉਸ ਉੱਤੇ ਲੱਗੀ ਜਿਹੜੀ ਕਿਰਤ ਹੈ ਉਹਦੇ ਅਨੁਸਾਰ ਨਿਸ਼ਚਿਤ ਕੀਤਾ ਜਾਂਦਾ ਹੈ, ਪਰ ਕਿਰਤੀ ਨੂੰ
ਉਹਦਾ ਪੂਰਾ ਮੁਨਾਫਾ ਨਹੀਂ ਦਿੱਤਾ ਜਾਂਦਾ ਔਰ ਜਿਹੜਾ ਥੋੜਾ ਜਿਹਾ ਮੁਨਾਫਾ ਦੇ ਕੇ ਜ਼ਿਆਦਾ ਧਨ ਜਿਹੜਾ ਉਦਯੋਗਪਤੀ ਆਪਣੇ ਕੋਲ ਰੱਖ ਲੈਂਦਾ, ਜਿਹਨੂੰ ਮਾਰਕਸ ਨੇ ਵਾਧੂ ਮੁੱਲ ਦਾ ਸਿਧਾਂਤ ਕਿਹਾ ਸੀ। ਆਲੋਚਕ ਕੀ ਕਹਿੰਦੇ ਆ, ਕਹਿੰਦੇ ਵਰਤਮਾਨ ਸਮੇਂ ਦੇ ਅਰਥ ਸ਼ਾਸਤਰੀ ਮਾਰਕਸ ਦੇ ਵਾਧੂ ਮੁੱਲ ਦੇ ਸਿਧਾਂਤ ਨੂੰ ਗਲਤ ਦਰਸਾਉਂਦੇ ਹਨ। ਉਹਨਾਂ ਦਾ ਵਿਚਾਰ ਹੈ ਕਿ ਕਿਸੇ ਵਸਤੂ ਦੇ ਉਤਪਾਦਨ ਲਈ ਉਸ ਉੱਤੇ ਕੇਵਲ ਕਿਰਤ ਹੀ ਖਰਚ ਨਹੀਂ ਹੁੰਦੀ, ਸਗੋਂ ਪੂੰਜੀ, ਮਸ਼ੀਨ ਦੇ ਦੂਸਰੇ ਯੰਤਰ, ਕੱਚਾ ਮਾਲ ਆਦਿ ਵੀ ਲੋੜ ਹੁੰਦੀ ਹੈ। ਇਸ ਲਈ ਇਹ ਤਾਂ ਸਵੀਕਾਰ ਕੀਤਾ ਜਾ ਸਕਦਾ ਹੈ ਕਿ ਪੂੰਜੀਪਤੀਆਂ ਨੂੰ ਕਿਰਤੀਆਂ ਦਾ ਸ਼ੋਸ਼ਣ ਨਹੀਂ ਕਰਨਾ ਚਾਹੀਦਾ, ਪਰ ਸਾਰਾ ਲਾਭ ਮਜ਼ਦੂਰਾਂ ਨੂੰ ਦੇ ਦਿੱਤਾ ਜਾਣਾ ਬਿਲਕੁਲ ਠੀਕ ਨਹੀਂ ਲੱਗਦਾ। ਕਿਉਂਕਿ ਮੰਨ ਲਓ ਉਦਯੋਗਪਤੀ ਨੂੰ ਕੁਝ ਨਹੀਂ ਮਿਲਣਾ, ਵਿੱਚੋਂ ਉਦਯੋਗਪਤੀ ਕੁਝ ਧਨ ਨਹੀਂ ਰੱਖ ਸਕਦਾ, ਸਾਰਾ ਧਨ ਕਿਰਤੀ ਜਾਂ ਮਜ਼ਦੂਰ ਨੂੰ ਦਿੱਤਾ ਜਾਣਾ, ਤਾਂ ਫਿਰ ਕੋਈ ਵਿਅਕਤੀ ਆਪਣੀ ਪੂੰਜੀ ਲਾਊਗਾ ਕਿਉਂ ਕਿਸੇ ਉਦਯੋਗ ਦੇ ਵਿੱਚ? ਉਹ ਕਾਰਖਾਨਾ ਖੜਾ ਕਿਉਂ ਕਰੂਗਾ? ਉਹ ਵੱਡੀਆਂ ਵੱਡੀਆਂ ਮਸ਼ੀਨਾਂ ਦਾ ਪ੍ਰਬੰਧ ਕਿਉਂ ਕਰੂਗਾ? ਉਹ ਕੱਚੇ ਮਾਲ ਨੂੰ ਦੀ ਖਰੀਦ ਕਿਉਂ ਕਰੂਗਾ? ਇਸ ਲਈ ਜਿਹੜਾ ਵਾਧੂ ਮੁੱਲ ਦਾ ਸਿਧਾਂਤ ਆਲੋਚਕ ਕਹਿੰਦੇ ਕਿ ਹਾਂ, ਕਿਰਤੀਆਂ ਦਾ ਸ਼ੋਸ਼ਣ ਨਹੀਂ ਹੋਣਾ ਚਾਹੀਦਾ, ਇਹ ਠੀਕ ਹੈ, ਪਰ ਸਾਰਾ ਮੁੱਲ ਮਜ਼ਦੂਰਾਂ ਜਾਂ ਕਿਰਤੀਆਂ ਨੂੰ ਦੇ ਦੇਣਾ, ਇਹ ਜਿਹੜਾ ਗੱਲ ਹੈ ਬਿਲਕੁਲ ਵੀ ਠੀਕ ਨਹੀਂ ਜਾਪਦੀ ਹੈ। ਇਸ ਤੋਂ ਬਾਅਦ ਹੈ ਜੀ 5ਵਾਂ ਪੁਆਇੰਟ, ਸ਼੍ਰੇਣੀ ਯੁੱਧ ਦਾ ਵਿਚਾਰ ਪੂਰਨ ਰੂਪ ਵਿੱਚ ਠੀਕ ਨਹੀਂ। ਅਸੀਂ ਸਿਧਾਂਤਾਂ ਦੇ ਵਿੱਚ ਪੜ੍ਹਿਆ ਕਿ ਮਾਰਕਸ ਨੇ ਕਿਹਾ ਹੈ ਕਿ ਜਿਹੜਾ ਇਤਿਹਾਸ ਦਾ, ਹਰ ਸਮੇਂ ਦੇ ਇਤਿਹਾਸ ਦਾ ਜਿਹੜਾ ਹਰ ਸਮੇਂ ਦਾ ਇਤਿਹਾਸ ਹੈ ਉਹ ਸ਼੍ਰੇਣੀ ਯੁੱਧ ਦਾ ਇਤਿਹਾਸ ਹੈ। ਉਹ 'ਚ 2 ਸ਼੍ਰੇਣੀਆਂ ਹੈ, ਇੱਕ ਪੂੰਜੀਪਤੀ ਜਿਹਨੂੰ ਨੇ ਬੁਰਜੁਆਜ਼ ਕਿਹਾ ਸੀ, ਦੂਜੀ ਕੀਰਤੀ ਵਰਗ ਜਿਹਨੂੰ ਨੇ ਪ੍ਰੋਲੀਟੇਟ ਕਿਹਾ ਸੀ, ਔਰ ਜਿਹੜੀ ਪੂੰਜੀਪਤੀਆਂ ਨੂੰ ਹੈਵਜ਼ ਅਤੇ ਜਿਹੜੀ ਕੀਰਤੀ ਵਰਗਾਂ ਨੂੰ ਹੈਵ ਨੋਟਸ ਕਿਹਾ ਸੀ। ਉਹ 2 ਸ਼੍ਰੇਣੀਆਂ ਕਹਿੰਦਾ ਸਮਾਜ ਦੀਆਂ ਮੰਨਦਾ, ਔਰ ਦੋਨੋਂ ਸ਼੍ਰੇਣੀਆਂ ਜਿਹੜੀਆਂ ਉਹ ਆਪਸ ਦੇ ਵਿੱਚ ਇੱਕ ਦੂਜੇ ਦੇ ਹਿੱਤ ਉਹਨਾਂ ਦੇ ਵਿਰੋਧੀ ਹੈ, ਔਰ ਉਹ ਵਿਰੋਧੀ ਹਿੱਤ ਆਪਸ ਦੇ ਵਿੱਚ ਟਕਰਾਉਂਦੇ ਰਹਿੰਦੇ ਆ। ਪਰ ਹੁਣ ਜੇਕਰ ਅਸੀਂ ਵਰਤਮਾਨ ਸਮੇਂ ਅਸੀਂ ਦੇਖੀਏ ਤਾਂ ਕੇਵਲ 2 ਸ਼੍ਰੇਣੀਆਂ ਹੀ ਨਹੀਂ ਹੈ। ਆਲੋਚਕ ਕੀ ਕਹਿੰਦੇ, 2 ਸ਼੍ਰੇਣੀਆਂ ਨਹੀਂ ਹੈ, ਤੀਸਰੀ ਮੱਧ ਸ਼੍ਰੇਣੀ ਵੀ ਹੈ, ਔਰ ਜਿਹੜੀ ਮੱਧ ਸ਼੍ਰੇਣੀ ਹੈ ਉਹ ਬਹੁਤ ਵੱਡਾ ਤਬਕਾ ਹੈ, ਔਰ ਸਮਾਜ ਦੇ ਵਿਕਾਸ 'ਚ ਉਹਨਾਂ ਦਾ ਵੱਡਾ ਆਪਣਾ ਯੋਗਦਾਨ ਹੈ। ਇਸ ਲਈ ਜਿਹੜਾ ਸ਼੍ਰੇਣੀ ਯੁੱਧ ਦਾ ਜਾਂ 2 ਸ਼੍ਰੇਣੀਆਂ ਦੀ ਹੋਣ ਦਾ ਹੀ ਜਿਹੜੀ ਸਿਧਾਂਤ ਜਿਹੜਾ ਮਾਰਕਸ ਨੇ ਦਿੱਤਾ ਹੈ, ਉਹਨੂੰ ਵੀ ਆਲੋਚਕ ਸਿਰੇ ਤੋਂ ਨਕਾਰ ਦਿੰਦੇ ਹਨ। ਇਸ ਤੋਂ ਬਾਅਦ ਆ ਗਿਆ ਜੀ ਅਗਲਾ ਪੁਆਇੰਟ, ਰਾਜ ਸ਼ੋਸ਼ਣ ਦਾ ਸਾਧਨ ਨਹੀਂ ਹੈ। ਮਾਰਕਸ ਕੀ ਮੰਨਦਾ ਸੀ, ਕਿਉਂਕਿ ਜਦੋਂ ਮਾਰਕਸ ਨੇ ਇਤਿਹਾਸ ਦੀ ਭੌਤਿਕਵਾਦੀ ਵਿਆਖਿਆ ਕੀਤੀ, ਫਿਰ ਉਹਨੇ ਵਾਧੂ ਮੁੱਲ ਦਾ ਸਿਧਾਂਤ ਦਿੱਤਾ, ਫਿਰ ਉਹਨਾਂ ਦਾ ਹੱਲ ਵੀ ਦਿੱਤਾ ਸੀ ਕਿਰਤੀਆਂ ਦੀ ਤਾਨਾਸ਼ਾਹੀ, ਤੇ ਕਿਰਤੀਆਂ ਦੀ ਤਾਨਾਸ਼ਾਹੀ ਤੋਂ ਬਾਅਦ ਉਹਨੇ ਕਿਹਾ ਸੀ ਸ਼੍ਰੇਣੀਹੀਣ ਸਮਾਜ ਦੀ ਸਥਾਪਨਾ ਹੋ ਜੂਗੀ, ਤੇ ਸ਼੍ਰੇਣੀਹੀਣ ਸਮਾਜ ਦੀ ਸਥਾਪਨਾ ਤੋਂ ਬਾਅਦ ਉਹਨੇ ਕੀ ਕਿਹਾ ਸੀ, ਰਾਜਹੀਨ, ਕਿ ਰਾਜ ਖਤਮ ਹੀ ਹੋ ਜੂਗਾ। ਕਿਉਂਕਿ ਰਾਜ ਕਿਉਂ ਖਤਮ ਹੋ ਜੂਗਾ? ਉਹ ਮੰਨਦਾ ਸੀ ਕਿ ਜਿਹੜਾ ਰਾਜ ਹੈ ਇਹ ਪੂੰਜੀਪਤੀਆਂ ਦੁਆਰਾ ਮਜ਼ਦੂਰਾਂ ਦੇ ਸ਼ੋਸ਼ਣ ਦਾ ਸਾਧਨ ਹੈ। ਉਹ ਰਾਜ ਦਾ ਸਹਾਰਾ ਲੈ ਕੇ, ਰਾਜ ਦੇ ਕਾਨੂੰਨ ਦਾ ਸਹਾਰਾ ਲੈ ਕੇ ਗਰੀਬਾਂ ਦਾ, ਮਜ਼ਦੂਰਾਂ ਦਾ, ਕਿਰਤੀਆਂ ਦਾ ਸ਼ੋਸ਼ਣ ਕਰਦੇ ਆ। ਇਸ ਕਰਕੇ ਉਹ ਰਾਜ ਨੂੰ ਇੱਕ ਸ਼ੋਸ਼ਣ ਦਾ ਸਾਧਨ ਮੰਨਦਾ ਸੀ। ਪਰ ਜਿਹੜੇ ਆਲੋਚਕ ਹੈ ਉਹ ਕਹਿੰਦੇ ਜਿਹੜੀ ਸਮਾਜਵਾਦੀ ਵਿਚਾਰਧਾਰਾ ਹੈ ਉਹਦੇ ਅਨੁਸਾਰ ਪੂੰਜੀਪਤੀਆਂ ਦੁਆਰਾ ਕਿਰਤੀਆਂ ਦੇ ਸ਼ੋਸ਼ਣ ਦਾ ਸਾਧਨ ਮੰਨਿਆ ਜਾਂਦਾ, ਪਰ ਜਿਹੜਾ ਆਧੁਨਿਕ ਯੁੱਗ ਦਾ ਕਲਿਆਣਕਾਰੀ ਰਾਜ ਹੈ ਉਹਨੇ ਕਿਰਤੀਆਂ ਅਤੇ ਸਧਾਰਨ ਜਨਤਾ ਦੇ ਹਿੱਤਾਂ ਦੀ ਰੱਖਿਆ ਲਈ ਅਨੇਕਾਂ ਮਹੱਤਵਪੂਰਨ ਕੰਮ ਕੀਤੇ ਆ। ਆਲੋਚਕ ਕਹਿੰਦੇ ਸਿਰਫ ਸ਼ੋਸ਼ਣ ਦਾ ਸਾਧਨ ਹੀ ਨਹੀਂ ਹੈ, ਬਹੁਤ ਸਾਰੇ ਕਲਿਆਣਕਾਰੀ ਕੰਮ ਲੋੜਵੰਦ ਲੋਕਾਂ ਲਈ, ਗਰੀਬ ਲੋਕਾਂ ਲਈ ਜਾਂ ਕਿਰਤੀ ਵਰਗ ਦੇ ਲਈ ਰਾਜ ਦੁਆਰਾ ਕੀਤੇ ਜਾਂਦੇ ਆ। ਇਸ ਲਈ ਸਿਰਫ ਇਹਨੂੰ ਰਾਜ ਨੂੰ ਸ਼ੋਸ਼ਣ ਦਾ ਸਾਧਨ ਮੰਨਣਾ ਬਿਲਕੁਲ ਵੀ ਜਿਹੜਾ ਆਲੋਚਕ ਉਹਨੂੰ ਠੀਕ ਨਹੀਂ ਮੰਨਦੇ ਹਨ। ਇਸ ਤੋਂ ਬਾਅਦ ਅਗਲਾ ਪੁਆਇੰਟ ਆ ਗਿਆ ਜੀ, ਸ਼੍ਰੇਣੀਹੀਨ ਅਤੇ ਰਾਜਹੀਨ ਸਮਾਜ ਸੰਭਵ ਹੀ ਨਹੀਂ ਹੈ। ਮਾਰਕਸ ਨੇ ਜਿਸ ਸਮਾਜਵਾਦੀ ਸਮਾਜ ਦੀ ਸਥਾਪਨਾ ਦੀ ਗੱਲ ਕੀਤੀ ਸੀ, ਉਹਨੇ ਕਿਹਾ ਸੀ ਕਿ ਮਜ਼ਦੂਰਾਂ ਦੀ ਤਾਨਾਸ਼ਾਹੀ ਜਿਹੜੀ ਹੈ ਉਹ ਸਿਰਫ ਥੋੜ੍ਹੇ ਸਮੇਂ ਲਈ ਹੋਊਗੀ। ਮਜ਼ਦੂਰਾਂ ਦੀ ਤਾਨਾਸ਼ਾਹੀ ਸਿਰਫ ਉਹਨਾਂ ਚਿਰ ਸਥਾਪਿਤ ਰਹੂਗੀ ਜਿੰਨਾ ਚਿਰ ਪੂੰਜੀਪਤੀਆਂ ਦਾ ਬਿਲਕੁਲ ਨਾਸ਼ ਨਹੀਂ ਹੋ ਜਾਂਦਾ, ਔਰ ਜਦੋਂ ਪੂੰਜੀਪਤੀ ਬਿਲਕੁਲ ਖਤਮ ਹੋ ਗਏ ਤਾਂ ਇੱਕ ਹੀ ਸ਼੍ਰੇਣੀ ਰਹੂਗੀ, ਕਿਰਤੀ ਵਰਗ, ਮਜ਼ਦੂਰ ਵਰਗ, ਇੱਕੋ ਹੀ ਸ਼੍ਰੇਣੀ ਹੋਊਗੀ। ਤੇ ਜਦੋਂ ਇੱਕੋ ਸ਼੍ਰੇਣੀ ਹੋਊਗੀ ਤਾਂ ਰਾਜ ਦੀ ਲੋੜ ਹੀ ਨਹੀਂ ਹੈ, ਕਿਉਂਕਿ ਰਾਜ ਨੂੰ ਉਹ ਮੰਨਦਾ ਸੀ ਕਿ ਇਹ ਤਾਂ ਪੂੰਜੀਪਤੀਆਂ ਦੁਆਰਾ ਗਰੀਬਾਂ ਜਾਂ ਮਜ਼ਦੂਰਾਂ ਜਾਂ ਕਿਰਤੀਆਂ ਦੇ ਸ਼ੋਸ਼ਣ ਦਾ ਸਾਧਨ ਹੈ। ਔਰ ਇਸ ਤਰੀਕੇ ਨਾਲ ਉਹ ਕਹਿੰਦਾ ਸੀ ਕਿ ਉਸ ਤੋਂ ਬਾਅਦ ਰਾਜਹੀਨ ਤੇ ਸ਼੍ਰੇਣੀਹੀਨ ਸਮਾਜ ਦੀ ਸਥਾਪਨਾ ਹੋਵੇਗੀ, ਜਿਸ ਨੂੰ ਉਹ ਸਮਾਜਵਾਦੀ ਵਿਵਸਥਾ ਦਾ ਨਾਂ ਦਿੰਦਾ ਹੈ। ਪਰ ਆਲੋਚਕਾਂ ਦਾ ਮੰਨਣਾ ਕੀ ਹੈ, ਸ਼੍ਰੇਣੀਹੀਨ ਅਤੇ ਰਾਜਹੀਨ ਸਮਾਜ ਦੀ ਸਥਾਪਨਾ ਇੱਕ ਨਿਰੋਲ ਕਲਪਨਾ ਹੈ। ਜਿਸ ਦੇਸ਼ ਵਿੱਚ ਵੀ ਸਮਾਜਵਾਦੀ ਸਮਾਜ ਹੋਂਦ ਵਿੱਚ ਆਇਆ ਹੈ ਉੱਥੇ ਨਾ ਤਾਂ ਵੱਖ-ਵੱਖ ਸ਼੍ਰੇਣੀਆਂ ਦੀ ਹੋਂਦ ਨੂੰ ਸਮਾਪਤ ਕੀਤਾ ਜਾ ਸਕਿਆ ਹੈ ਅਤੇ ਨਾ ਹੀ ਰਾਜਹੀਨ ਸਮਾਜ ਦੀ ਸਥਾਪਨਾ ਹੋਈ ਹੈ। ਆਲੋਚਕਾਂ ਦਾ ਪੱਖ ਵੀ ਬੜਾ ਮਜ਼ਬੂਤ ਹੈ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ, ਜਿਵੇਂ ਕਿ ਰਸ਼ੀਆ ਦੇ ਵਿੱਚ ਵੀ 1991 ਦੇ ਵਿੱਚ ਜਿਹੜਾ ਸੀਗਾ ਸਮਾਜਵਾਦੀ ਜਿਹੜੀ ਸਰਕਾਰ ਸੀ ਉਹ ਟੁੱਟੀ ਸੀ। ਉਸ ਤੋਂ ਪਹਿਲਾਂ ਉੱਥੇ ਸਮਾਜਵਾਦੀ ਕ੍ਰਾਂਤੀ ਹੋਈ ਸੀ ਔਰ ਸਮਾਜਵਾਦੀ ਸਰਕਾਰ ਦੀ ਸਥਾਪਨਾ ਹੋਈ ਸੀ। ਇਸ ਤੋਂ ਇਲਾਵਾ ਚੀਨ ਹੈ,
ਲਾਓਸ ਹੈ, ਕਿਊਬਾ ਹੈ, ਵੀਅਤਨਾਮ ਹੈ, ਇੱਥੇ ਸਮਾਜਵਾਦੀ ਸਰਕਾਰਾਂ ਦੀ ਸਥਾਪਨਾ ਹੋਈ ਜਾਂ ਸਮਾਜਵਾਦੀ ਵਿਵਸਥਾ ਇਹਨਾਂ ਦੇਸ਼ਾਂ ਦੇ ਵਿੱਚ ਲਾਗੂ ਕੀਤੀ ਗਈ। ਪਰ ਉਹ ਕਹਿੰਦੇ ਉੱਥੋਂ ਦਾ ਇਤਿਹਾਸ ਚੱਕ ਕੇ ਦੇਖ ਲਓ ਹੁਣ ਤੱਕ ਦਾ, ਕਿ ਉੱਥੇ ਸਮਾਜਵਾਦੀ ਵਿਵਸਥਾ ਲਾਗੂ ਹੋਣ ਤੋਂ ਬਾਅਦ ਉੱਥੇ ਸ਼੍ਰੇਣੀਹੀਣ ਜਾਂ ਰਾਜਹੀਣ ਸਮਾਜ ਦੀ ਸਥਾਪਨਾ ਹੋਈ ਹੈ? ਨਹੀਂ, ਬਿਲਕੁਲ ਨਹੀਂ ਹੋਈ ਹੈ। ਇਸ ਲਈ ਉਹ ਕਹਿੰਦੇ ਆ ਕਿ ਇਤਿਹਾਸਕ ਸੱਚਾਈਆਂ ਤੋਂ ਲੱਗਦਾ ਕਿ ਜਿਹੜੀ ਸ਼੍ਰੇਣੀਹੀਣ ਜਾਂ ਰਾਜਹੀਣ ਸਮਾਜ ਦੀ ਸਥਾਪਨਾ ਹੈ ਇਹ ਸਿਰਫ ਇੱਕ ਕਲਪਨਾ ਹੈ, ਕਿਉਂਕਿ ਸਮਾਜਵਾਦੀ ਵਿਵਸਥਾ ਲਾਗੂ ਹੋਣ ਤੋਂ ਬਾਅਦ ਵੀ ਕਈ ਦੇਸ਼ਾਂ ਦੇ ਵਿੱਚ ਇਹ ਅਜਿਹਾ ਸੰਭਵ ਨਹੀਂ ਹੋ ਸਕਿਆ ਹੈ। ਇਸ ਤੋਂ ਬਾਅਦ ਹੈ ਜੀ 8ਵਾਂ ਪੁਆਇੰਟ ਹੈ, ਸਿਧਾਂਤ ਧਰਮ ਵਿਰੋਧੀ ਹੈ। ਬਿਲਕੁਲ ਮਾਰਕਸ ਧਰਮ ਨੂੰ ਅਫੀਮ ਮੰਨਦਾ ਹੈ ਕਿ ਪੂੰਜੀਪਤੀ ਇਹਦਾ ਜਿਹੜਾ ਧਰਮ ਹੈ ਉਹਦਾ ਵੀ ਜਿਹੜਾ ਸਹਾਰਾ ਲੈ ਕੇ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਹੈ। ਉਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ ਹੈ ਕਿ ਤੁਹਾਡੀ ਮਾੜੀ ਹਾਲਤ ਦੇ ਪਿੱਛੇ ਪਰਮਾਤਮਾ ਦਾ ਆਦੇਸ਼ ਜਾਂ ਤੁਹਾਡੇ ਮਾੜੇ ਕਰਮਾਂ ਦਾ ਫਲ ਹੈ। ਮਾਰਕਸ ਧਰਮ ਨੂੰ ਅਫੀਮ ਦੇ ਨਸ਼ੇ ਦੇ ਸਮਾਨ ਮੰਨਦਾ ਹੈ, ਪਰ ਕਿਸੇ ਰਾਜਨੀਤਿਕ ਵਿਚਾਰਧਾਰਾ ਲਈ ਧਰਮ ਦੀ ਖੁੱਲ੍ਹੇ ਤੌਰ 'ਤੇ ਵਿਰੋਧਤਾ ਕਰਨੀ ਉਚਿਤ ਨਹੀਂ ਹੈ। ਧਰਮ ਵਿਅਕਤੀ ਦਾ ਨਿੱਜੀ ਮਾਮਲਾ ਹੈ ਅਤੇ ਇਸ ਲਈ ਰਾਜ ਨੂੰ ਧਰਮ ਦੇ ਕੰਮਾਂ ਵਿੱਚ ਕੋਈ ਦਖਲ ਨਹੀਂ ਦੇਣਾ ਚਾਹੀਦਾ। ਆਲੋਚਕ ਕਹਿੰਦੇ ਧਰਮ ਨਿੱਜੀ ਮਾਮਲਾ ਹੈ, ਕਿਸੇ ਵੀ ਵਿਚਾਰਧਾਰਾ ਨੂੰ ਲਾਗੂ ਕਰਨ ਦੇ ਲਈ ਧਰਮ ਦਾ ਵਿਰੋਧ ਕਰਨਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਹੈ, ਕਿਉਂਕਿ ਇਹ ਵਿਅਕਤੀਗਤ ਮਸਲਾ ਹੈ, ਰਾਜ ਦਾ ਮਸਲਾ ਨਹੀਂ ਹੈ। ਇਹ ਸਿਰਫ ਵਿਅਕਤੀ ਦਾ ਆਪਣਾ ਨਿੱਜੀ ਵਿਚਾਰ ਹੈ ਕਿ ਉਹ ਕਿਸ ਧਰਮ ਨੂੰ ਮੰਨਣਾ ਚਾਹੁੰਦਾ ਹੈ। ਮਾਰਕਸਵਾਦ ਦੀ ਮਹੱਤਤਾ, ਆਪਾਂ ਮਾਰਕਸਵਾਦ ਦੇ ਸਿਧਾਂਤ ਪੜ੍ਹੇ ਸੀ ਪਿਛਲੀ ਕਲਾਸ ਦੇ ਵਿੱਚ, ਔਰ ਹੁਣ ਮਾਰਕਸਵਾਦ ਦੀ ਆਲੋਚਨਾ ਪੜ੍ਹੀ ਹੈ, ਔਰ ਉਹਦੇ ਵਿੱਚ ਆਲੋਚਨਾ ਨੂੰ ਪੜ੍ਹਨ ਤੋਂ ਬਾਅਦ ਚਾਹੇ ਉਹ 'ਚ ਕਾਫੀ ਊਣਤਾਈਆਂ ਆਪਾਂ ਨੂੰ ਨਜ਼ਰ ਆਈਆਂ, ਪਰ ਫਿਰ ਵੀ ਜਿਹੜੀ ਦੀ ਮਹੱਤਤਾ ਦੀ ਗੱਲ ਕਰੀਏ, ਕਾਫੀ ਊਣਤਾਈਆਂ ਹੋਣ ਦੇ ਬਾਵਜੂਦ ਇਸ ਸਿਧਾਂਤ ਦੀ ਮਹੱਤਤਾ ਨੂੰ ਮੰਨਣ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਮਾਰਕਸ ਦੁਆਰਾ ਦਿੱਤੇ ਗਏ ਬਹੁਤ ਸਾਰੇ ਵਿਚਾਰ ਠੀਕ ਜਾਪਦੇ ਹਨ। ਭਾਵੇਂ ਮਨੁੱਖੀ ਸਭਿਅਤਾ ਦੇ ਵਿਕਾਸ ਦਾ ਇੱਕੋ ਇੱਕ ਕਾਰਨ ਆਰਥਿਕ ਅਵਸਥਾਵਾਂ ਨਹੀਂ ਹਨ, ਪਰੰਤੂ ਇਹ ਪੂਰਨ ਰੂਪ ਵਿੱਚ ਸੱਚ ਹੈ ਕਿ ਆਰਥਿਕ ਅਵਸਥਾਵਾਂ ਮਹੱਤਵਪੂਰਨ ਅੰਦੋਲਨਾਂ ਨੂੰ ਜਨਮ ਦਿੰਦੀਆਂ ਹਨ ਅਤੇ ਇਤਿਹਾਸਕ ਘਟਨਾਵਾਂ ਦਾ ਕਾਰਨ ਬਣਦੀਆਂ ਹਨ। ਜੇਕਰ ਮਾਰਕਸ ਦੀਆਂ ਕੁਝ ਭਵਿੱਖਬਾਣੀਆਂ ਸੱਚੀਆਂ ਸਿੱਧ ਨਹੀਂ ਹੋਈਆਂ ਤਾਂ ਇਸ ਦਾ ਸਿੱਟਾ ਇਹ ਨਹੀਂ ਕਿ ਮਾਰਕਸਵਾਦੀ ਵਿਚਾਰਧਾਰਾ ਹੀ ਦੋਸ਼ਪੂਰਨ ਹੈ। ਇਹ ਵਿਚਾਰਧਾਰਾ ਪੂੰਜੀਪਤੀਆਂ ਦੁਆਰਾ ਕਿਰਤੀਆਂ ਦੇ ਸ਼ੋਸ਼ਣ ਦਾ ਵਿਰੋਧ ਕਰਦੀ ਹੈ। ਪੂੰਜੀਪਤੀਆਂ ਦੁਆਰਾ ਕਿਰਤੀਆਂ ਦੇ ਸ਼ੋਸ਼ਣ ਇਤਿਹਾਸ ਅਤੇ ਅਜੋਕੇ ਸਮੇਂ ਦੀ ਸੱਚਾਈ ਹੈ। ਬਿਲਕੁਲ, ਜੇਕਰ ਇਹਦੀ ਮਹੱਤਤਾ ਦੀ ਗੱਲ ਕਰੀਏ ਤਾਂ ਇਹਦੀ ਮਹੱਤਤਾ ਨੂੰ, ਇਹਦੀ ਆਲੋਚਨਾ ਜਾਂ ਊਣਤਾਈਆਂ ਕਾਰਨ ਦੀ ਮਹੱਤਤਾ ਨੂੰ ਘੱਟ ਕਰਕੇ ਨਹੀਂ ਆਖਿਆ ਜਾ ਸਕਦਾ ਗਾ। ਇਹਦੇ 'ਚ ਊਣਤਾਈਆਂ ਹੈ ਕਿ ਸਿਰਫ ਆਰਥਿਕ ਪੱਖਾਂ 'ਤੇ ਜ਼ੋਰ ਦਿੰਦਾ ਹੈ, ਔਰ ਆਰਥਿਕ ਅਵਸਥਾ ਨੂੰ ਹੀ ਸਾਰੇ ਮਨੁੱਖੀ ਇਤਿਹਾਸ ਦੇ ਨਿਰਮਾਣ ਦਾ ਕਾਰਨ ਜਾਂ ਬਦਲਾਅ ਦਾ ਕਾਰਨ ਮੰਨਦਾ ਹੈ। ਅਜਿਹਾ ਨਹੀਂ ਹੋ ਸਕਦਾ ਕਿ ਸਿਰਫ ਆਰਥਿਕਤਾ ਹੀ ਹੋਵੇ, ਇਹ ਸੱਚਾਈ ਹੈ, ਪਰ ਆਰਥਿਕ ਅਵਸਥਾਵਾਂ ਮਹੱਤਵਪੂਰਨ ਅੰਦੋਲਨਾਂ ਨੂੰ ਜਨਮ ਜ਼ਰੂਰ ਦਿੰਦੀਆਂ। ਆਰਥਿਕ ਢਾਂਚੇ ਦਾ ਜਾਂ ਆਰਥਿਕ ਅਵਸਥਾ ਦਾ ਮਨੁੱਖੀ ਇਤਿਹਾਸ ਦੇ ਵਿੱਚ ਵੱਡਾ ਰੋਲ ਹੁੰਦਾ ਹੈ, ਇਸ ਨੂੰ ਮੰਨਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਗਾ। ਚਾਹੇ ਕੁਝ ਇਤਿਹਾਸਕ ਘਟਨਾਵਾਂ ਦੇ ਕਾਰਨ ਜਿਹੜੀਆਂ ਮਾਰਕਸ ਦੀਆਂ ਭਵਿੱਖਬਾਣੀਆਂ ਉਹ ਸੱਚੀਆਂ ਸਾਬਤ ਨਹੀਂ ਹੋਈਆਂ, ਜਿਵੇਂ ਸ਼੍ਰੇਣੀਹੀਣ ਸਮਾਜ ਦੀ ਸਥਾਪਨਾ, ਰਾਜਹੀਣ ਸਮਾਜ ਦੀ ਸਥਾਪਨਾ, ਅਜਿਹਾ ਨਹੀਂ ਹੋਇਆ, ਪਰ ਉਹਨਾਂ ਦੀਆਂ ਜਿਹੜੀਆਂ ਕੁਝ ਭਵਿੱਖਬਾਣੀਆਂ ਸੱਚੀਆਂ ਨਾ ਸਿੱਧ ਹੋਣ ਦਾ ਸਿੱਟਾ ਜਿਹੜਾ ਹੈ ਉਹ ਇਹ ਨਹੀਂ ਕਿ ਮਾਰਕਸਵਾਦੀ ਵਿਚਾਰਧਾਰਾ ਹੈ ਜਿਹੜੀ ਉਹ ਦੋਸ਼ਪੂਰਨ ਹੈ, ਔਰ ਇਹ ਵਿਚਾਰਧਾਰਾ ਬਲਕਿ ਅੱਜ ਦੇ ਜੇਕਰ ਸਮੇਂ 'ਚ ਦੇਖ ਲਓ ਔਰ ਇਤਿਹਾਸ ਦੇਖ ਲਓ, ਇਤਿਹਾਸ ਦੇ ਵਿੱਚ ਵੀ ਪੂੰਜੀਪਤੀਆਂ ਦੁਆਰਾ ਕਿਰਤੀਆਂ ਦਾ ਸ਼ੋਸ਼ਣ ਵੱਖ-ਵੱਖ ਤਰੀਕਿਆਂ ਦੇ ਨਾਲ ਕੀਤਾ ਗਿਆ, ਜੋ ਅੱਜ ਵੀ ਜਾਰੀ ਹੈ। ਇਸ ਲਈ ਜਿਹੜੀ ਇਹ ਮਾਰਕਸਵਾਦ ਦੀ ਜਿਹੜੀ ਮਹੱਤਤਾ ਹੈ ਉਹਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ, ਕਿਉਂਕਿ ਇਹ ਵਿਚਾਰਧਾਰਾ ਪੂੰਜੀਪਤੀਆਂ ਦੁਆਰਾ ਜਿਹੜਾ ਕਿਰਤੀਆਂ ਦਾ ਸ਼ੋਸ਼ਣ ਹੈ ਉਹਦਾ ਵਿਰੋਧ ਕਰਦੀ ਹੈ, ਜਾਂ ਉਸ ਵਿਵਸਥਾ ਦਾ ਵਿਰੋਧ ਕਰਦੀ ਹੈ ਜਿਹੜੀ ਵਿਵਸਥਾ ਪੂੰਜੀਪਤੀਆਂ ਨੂੰ ਗਰੀਬਾਂ ਦਾ ਸ਼ੋਸ਼ਣ ਕਰਨ ਦਾ ਸਮਾਂ ਦਿੰਦੀ ਹੈ ਜਾਂ ਗਰੀਬਾਂ ਦਾ ਸ਼ੋਸ਼ਣ ਕਰਨ ਦਾ ਕਾਰਨ ਬਣਦੀ ਹੈ। ਉਸ ਵਿਵਸਥਾ ਨੂੰ ਬਦਲਣ ਦੀ ਗੱਲ ਕਰਦਾ ਹੈ ਮਾਰਕਸਵਾਦ। ਇਸ ਲਈ ਇਹਦੀ ਮਹੱਤਤਾ ਨੂੰ ਅਸੀਂ ਘੱਟ ਕਰਕੇ ਨਹੀਂ ਆਖ ਸਕਦੇ। ਅੱਜ ਦੇ ਸਮੇਂ ਵੀ ਇਹਦਾ ਰੈਲੇਵੈਂਸ ਹੈ, ਕਿਉਂਕਿ ਅੱਜ ਵੀ ਜੇਕਰ ਆਧੁਨਿਕ ਸਮੇਂ 'ਚ ਵੀ ਤੁਸੀਂ ਦੇਖ ਲਓ ਤਾਂ ਅਮੀਰ ਲੋਕਾਂ ਦੁਆਰਾ, ਪੂੰਜੀਪਤੀਆਂ ਦੁਆਰਾ ਗਰੀਬਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਮਾਰਕਸਵਾਦ ਦਾ ਪਤਨ, ਅਸੀਂ ਜੇਕਰ ਗੱਲ ਕਰੀਏ ਤਾਂ ਬਿਲਕੁਲ ਥੋੜ੍ਹੇ ਜਿਹੇ ਕੁਝ ਦੇਸ਼ ਨੇ ਜਿੱਥੇ ਮਾਰਕਸਵਾਦੀ ਵਿਵਸਥਾ ਲਾਗੂ ਕੀਤੀ ਗਈ ਹੈ, ਨਹੀਂ ਤਾਂ ਉਦਾਰਵਾਦੀ ਜਾਂ ਵਿਸ਼ਵੀਕਰਨ, ਜਿਹੜੀ ਉੱਤਰ ਉਦਾਰਵਾਦ ਜਾਂ ਵਿਸ਼ਵੀਕਰਨ ਜਿਹੜਾ ਉਹਨੇ ਆਪਣਾ ਪ੍ਰਭਾਵ ਪੂਰੇ ਵਿਸ਼ਵ ਦੇ ਉੱਤੇ ਸਥਾਪਿਤ ਕੀਤਾ ਹੋਇਆ। ਤਾਂ ਇਸ ਵਿਚਾਰਧਾਰਾ ਨੇ ਵਿਸ਼ਵ ਨੂੰ ਦੋ ਵਿਰੋਧੀ ਸ਼ਕਤੀ ਗੁੱਟਾਂ ਵਿੱਚ ਵੰਡ ਦਿੱਤਾ ਸੀ।
इस विचारधारक आधार ते सोवियत संघ ਅਤੇ संयुक्त राज अमरीका काफ़ी लंबे समय तक शीत युद्ध ਚੱਲਦਾ ਰਿਹਾ ਸੀ। पर दसंबर 1991 ਤੋਂ विश्व के नक्शे तो सोवियत संघ नामी देश की होंद खत्म हो जाने नाल मार्क्सवादी विचारधारा के विस्तार ਨੂੰ ਧੱਕਾ ਲੱਗਾ है। सोवियत संघ के पतन कारण मार्क्सवाद का वह महत्व नहीं रहा ਅਤੇ विश्वीकरण ने अपना प्रभाव लगभग समुचे विश्व के विच स्थापित कर लिया है। की है ਇਹਦੇ पतन का कि ਜਦੋਂ 20ਵੀਂ ਸਦੀ ਦੇ ਵਿੱਚ ਉਦਾਰਵਾਦੀ ਵਿਚਾਰਧਾਰਾ ਦੇ ਜਿਹੜੇ ਭੈੜੇ ਸਿੱਟੇ ਨਿਕਲੇ, ਜਿਹੜੇ ਖੁੱਲੇ ਵਪਾਰ ਸੁਤੰਤਰ ਵਪਾਰ ਦੇ ਭੈੜੇ ਸਿੱਟੇ ਨਿਕਲੇ, ਜਿਹਦੇ ਨਾਲ ਕੀ ਹੋਇਆ, ਪੂੰਜੀਪਤੀਆਂ ਨੇ ਗਰੀਬਾਂ ਦਾ ਰੱਜ ਕੇ ਸ਼ੋਸ਼ਣ ਕੀਤਾ ਤੇ ਜਿਹੜੇ ਗਰੀਬ ਵਰਗ ਸੀ, ਜਿਹੜਾ ਮਜ਼ਦੂਰ ਵਰਗ ਸੀ, ਉਹਨਾਂ ਦੁਆਰਾ ਜਿਹੜਾ ਉਹਦਾ ਵਿਰੋਧ ਕੀਤਾ ਗਿਆ। ਤਾਂ ਉਹਦੇ ਸਿੱਟੇ ਵਜੋਂ ਇੱਕ ਵਿਚਾਰਧਾਰਾ ਉੱਭਰ ਕੇ ਸਾਹਮਣੇ ਆਈ ਔਰ ਇਸ ਵਿਚਾਰਧਾਰਾ ਦੇ ਆਧਾਰ ਦੇ ਉੱਤੇ ਕਈ ਦੇਸ਼ਾਂ ਦੇ ਵਿੱਚ ਜਿਹੜੀਆਂ ਗਰੀਬਾਂ ਦੀਆਂ ਜਾਂ किरती वर्ग दियाँ ਜਾਂ मजदूर वर्ग की तानाशाही भी स्थापित हुई और समाजवादी व्यवस्था भी लागू हुई। जेकर गल करिए चीन है ਦੇ ਵਿੱਚ ਕ੍ਰਾਂਤੀ ਹੋਈ, ਰਸ਼ੀਆ ਦੇ ਵਿੱਚ ਉਸ ਸਮੇਂ ਕ੍ਰਾਂਤੀ ਹੋਈ, ਹੋਰ ਕਈ ਦੇਸ਼ਾਂ ਦੇ ਵਿੱਚ ਸਮਾਜਵਾਦੀ ਕ੍ਰਾਂਤੀਆਂ ਹੋਈਆਂ ਔਰ ਸਮਾਜਵਾਦੀ ਵਿਵਸਥਾ ਲਾਗੂ ਕੀਤੀ ਗਈ। ਔਰ ਉਸ ਆਧਾਰ ਤੇ 1950 ਤੋਂ ਲੈ ਕੇ 1991 ਤੱਕ ਜਿਹੜਾ ਪੂਰਾ ਵਿਸ਼ਵ ਸੀ ਇਹ ਦੋ ਵਿਰੋਧੀ ਗੁੱਟਾਂ ਦੇ ਵਿੱਚ ਵੰਡਿਆ ਰਿਹਾ। ਜਿਹੜਾ ਸਮਾਜਵਾਦੀ ਵਿਵਸਥਾ ਵਾਲੇ ਦੇਸ਼ ਸੀ ਉਹਨਾਂ ਦੀ ਅਗਵਾਈ ਸੋਵੀਅਤ ਸੰਘ ਕਰ ਰਿਹਾ ਸੀ ਔਰ ਜਿਹੜੇ ਉਦਾਰਵਾਦੀ ਵਿਵਸਥਾ ਵਾਲੇ ਸੀ ਉਹਨਾਂ ਦੀ ਸੰਯੁਕਤ ਰਾਜ ਅਮਰੀਕਾ ਕਰ ਰਿਹਾ ਸੀ ਔਰ ਦੋਨਾਂ 'ਚ ਸ਼ੀਤ ਯੁੱਧ ਵੀ ਚੱਲਦਾ ਰਿਹਾ। ਪਰ 1991 ਦੇ ਵਿੱਚ ਸੋਵੀਅਤ ਸੰਘ ਸੀ ਜਿਹੜਾ ਉਹ ਟੁੱਟ ਗਿਆ। ਉਹਦੇ ਨਾਲ ਕੀ ਹੋਇਆ, ਮਾਰਕਸਵਾਦੀ ਜਿਹੜੀ ਵਿਚਾਰਧਾਰਾ ਸੀ ਉਹ ਬਿਲਕੁਲ ਲਗਭਗ ਖਤਮ ਹੋ ਗਈ। ਔਰ ਅੱਜ ਜਿਹੜੀ ਮਾਰਕਸਵਾਦੀ ਵਿਚਾਰਧਾਰਾ, ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਬਿਲਕੁਲ ਥੋੜ੍ਹੇ ਜਿਹੇ ਦੇਸ਼ਾਂ ਦੇ ਵਿੱਚ ਵਿਚਾਰਧਾਰਾ ਜਿਹੜੀ ਵਿਵਸਥਾ ਲਾਗੂ ਹੈ, ਬਾਕੀ ਇਸ ਵਿਚਾਰਧਾਰਾ ਦਾ ਲਗਭਗ ਪਤਨ ਹੋ ਚੁੱਕਿਆ ਹੈ। ਤਾਂ ਇਹ ਸੀ ਮਾਰਕਸਵਾਦ ਦਾ ਪਤਨ, ਉਹਦੀ ਮਹੱਤਤਾ ਔਰ ਮਾਰਕਸਵਾਦ ਦੀ ਆਲੋਚਨਾ। ਉਮੀਦ ਹੈ ਤੁਹਾਨੂੰ ਅੱਛਾ ਲੱਗਿਆ ਹੋਵੇਗਾ, ਸਮਝ ਲੱਗਿਆ ਹੋਵੇਗਾ। ਫਿਰ ਵੀ ਜੇਕਰ ਕੋਈ ਸੁਝਾਅ ਇਸ ਨੂੰ ਇੰਪਰੂਵ ਕਰਨ ਦੇ ਲਈ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਔਰ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਕਲਿੱਕ ਕਰੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੈ। ਥੈਂਕ ਯੂ।